Hello students, we are ready for the second video for civics chapter 3 class 8th. हाँ जी बेटा. So next we are discussing about the British government had created such a havoc that they never dared to criticize any of their decisions even if they did not agree with them. ਮਤਲਬ ਕੀ ਹੈ ਕਿ ਬ੍ਰਿਟਿਸ਼ ਗੌਰਮੈਂਟ ਯੂ ਸੀ, ਠੀਕ ਹੈ, ਪਹਿਲਾਂ ਉਹਨਾਂ ਨੂੰ ਸਾਡੇ ਜਿਹੜੇ ਲੋਕ ਸੀ, ਜਦੋਂ ਬ੍ਰਿਟਿਸ਼ ਦਾ ਰਾਜ ਸੀ, ਸਾਡਾ ਇੰਡੀਆ ਉਹਨਾਂ ਦੇ ਗੁਲਾਮ ਸੀ, ਤਾਂ ਉਦੋਂ ਸਾਡੇ ਲੋਕਾਂ ਨੂੰ ਕੋਈ ਵੀ ਇੱਦਾਂ ਦਾ ਰਾਈਟ ਨਹੀਂ ਸੀ ਕਿ ਅਸੀਂ ਅੰਗਰੇਜ਼ਾਂ ਦੇ ਕਿਸੇ ਵੀ ਡਿਸੀਜ਼ਨ ਦੇ ਖਿਲਾਫ ਬੋਲ ਸਕਦੇ। ਅੰਗਰੇਜ਼ ਲੋਕਾਂ ਨੇ ਇਸ ਤਰ੍ਹਾਂ ਦਾ ਮਤਲਬ ਬਹੁਤ ਜ਼ਿਆਦਾ ਡਰ ਲੋਕਾਂ ਦੇ ਮਨਾਂ ਵਿੱਚ ਪੈਦਾ ਕੀਤਾ ਹੋਇਆ ਸੀ ਔਰ ਇਹੋ ਜਿਹੀ ਸਿਚੁਏਸ਼ਨ ਪੈਦਾ ਕਰ ਦਿੱਤੀ ਸੀ ਕਿ ਲੋਕ ਕਦੇ ਵੀ ਉਹਨਾਂ ਦੇ ਬਣਾਏ ਹੋਏ ਕਿਸੇ ਵੀ ਡਿਸੀਜ਼ਨ ਦਾ ਕ੍ਰਿਟੀਸਿਜ਼ਮ ਨਹੀਂ ਕਰ ਸਕਦੇ ਸੀ, ਉਹਨੂੰ ਕ੍ਰਿਟੀਸਾਈਜ਼ ਨਹੀਂ ਕਰ ਸਕਦੇ ਸੀ, ਉਸ ਦੇ ਅਗੇਂਸਟ ਨਹੀਂ ਜਾ ਸਕਦੇ ਸੀ, ਭਾਵੇਂ ਉਹਦੇ ਨਾਲ ਸਹਿਮਤ ਹੋਣ ਭਾਵੇਂ ਨਾ ਹੋਣ। ਠੀਕ ਹੈ, ਲੋਕ ਇੰਨਾ ਉਹਨਾਂ ਤੋਂ ਡਰੇ ਹੋਏ ਸੀ ਕਿ ਲੋਕ ਉਹਨਾਂ ਨੂੰ ਜੋ ਵੀ ਉਹ ਕਹਿੰਦੇ ਸੀ ਉਹੀ ਗੱਲ ਉਹਨਾਂ ਨੂੰ ਮੰਨਣੀ ਪੈਂਦੀ ਸੀ, ਉਸ ਦੇ ਖਿਲਾਫ ਉਹ ਕੁਝ ਵੀ ਬੋਲ ਨਹੀਂ ਸਕਦੇ ਸੀ। ਦ ਫਰੀडम ਮੂਵਮੈਂਟ ਚੇਂਜ ਦਿਸ ਸਿਚੁਏਸ਼ਨ। ਲੇਕਿਨ ਜਦੋਂ ਫਰੀडम ਮੂਵਮੈਂਟਸ ਚੱਲੀਆਂ, ਆਜ਼ਾਦੀ ਦੇ ਲਈ ਲੋਕਾਂ ਨੇ ਲੜਾਈਆਂ ਲੜਨੀਆਂ ਸ਼ੁਰੂ ਕਰ ਦਿੱਤੀਆਂ, ਤਾਂ ਜਿਹੜੀ ਸਿਚੁਏਸ਼ਨ ਸੀ ਚੇਂਜ ਹੋ ਗਈ। ਠੀਕ ਹੈ, ਹੁਣ ਜਿਹੜੇ ਲੋਕ ਸੀਗੇ ਨੈਸ਼ਨਲਿਸਟ ਸੀ, ਜਿਹੜੇ ਲੋਕ ਆਪਣੇ ਕੰਟਰੀ ਨੂੰ ਬਚਾਉਣ ਵਾਸਤੇ ਅੱਗੇ ਆਏ ਸੀ, ਤਾਂ ਉਹਨਾਂ ਨੇ ਬਿਲਕੁਲ ਖੁੱਲ੍ਹੇ ਤੌਰ 'ਤੇ ਅੰਗਰੇਜ਼ਾਂ ਦੇ ਬਣਾਏ ਹੋਏ ਡਿਸੀਜ਼ਨਸ ਦੇ ਨੂੰ ਕ੍ਰਿਟੀਸਾਈਜ਼ ਕਰਨਾ ਸ਼ੁਰੂ ਕਰ ਦਿੱਤਾ। ਠੀਕ ਹੈ, ਔਰ ਬਹੁਤ ਸਾਰੀਆਂ ਉਹਨਾਂ ਨੇ ਡਿਮਾਂਡਸ ਇੱਦਾਂ ਦੀਆਂ ਰੱਖ ਦਿੱਤੀਆਂ ਕਿ ਉਹਨਾਂ ਨੂੰ ਡਿਸੀਜ਼ਨ ਮੇਕਿੰਗ ਦੇ ਵਿੱਚ ਪਾਰਟੀਸਪੇਟ ਕਰਨ ਦਾ ਰਾਈਟ ਹੋਣਾ ਚਾਹੀਦਾ। They demanded that there should be elected members in the legislature with a right to discuss and budget and ask questions। ਤਾਂ ਲੋਕਾਂ ਨੇ ਇਹ ਅੰਗਰੇਜ਼ ਲੋਕਾਂ ਦੇ ਅੱਗੇ, ਬ੍ਰਿਟਿਸ਼ ਲੋਕਾਂ ਅੱਗੇ ਇਹ ਡਿਮਾਂਡ ਰੱਖ ਦਿੱਤੀ ਕਿ ਸਾਡੇ ਵੀ ਕੁਝ ਮੈਂਬਰਸ ਹੋਣੇ ਚਾਹੀਦੇ ਆ ਜਿਹੜੇ ਕਿ ਇੰਡੀਅਨਸ ਦੇ ਚੁਣੇ ਹੋਏ ਮੈਂਬਰ ਹੋਣ, ਤਾਂ ਕਿ ਉਹ ਲੈਜਿਸਲੇਚਰ ਦੇ ਵਿੱਚ ਜਾ ਸਕਣ। ਠੀਕ ਹੈ, ਤਾਂ ਉਹਨਾਂ ਲੋਕਾਂ ਨੂੰ ਇਹ ਰਾਈਟ ਹੋਣਾ ਚਾਹੀਦਾ ਹੈ ਕਿ ਉਹ ਜੋ ਵੀ ਉੱਥੇ ਕਾਨੂੰਨ ਵਗੈਰਾ ਬਣ ਰਹੇ ਆ ਉਹਨਾਂ ਦੇ ਵਿੱਚ ਉਹ ਹਿੱਸਾ ਲੈ ਸਕਣ। ਠੀਕ ਹੈ, ਡਿਸਕਸ ਕਰ ਸਕਣ ਕਿ ਇਹ ਕਾਨੂੰਨ ਹੈ ਕਿਉਂ ਬਣ ਰਿਹਾ, ਕਾਹਦੇ ਲਈ ਬਣ ਰਿਹਾ, ਜਾਂ ਕੋਈ ਬਜਟ ਜਿਹੜਾ ਬਣ ਰਿਹਾ ਉਹ ਕਿਸ ਤਰ੍ਹਾਂ ਦਾ ਬਣ ਰਿਹਾ, ਤਾਂ ਉਹਦੇ ਬਾਰੇ ਉਹ ਕੁਐਸਚਨ ਪੁੱਛ ਸਕਣ। ਮਤਲਬ ਹਰ ਤਰ੍ਹਾਂ ਦਾ ਰਾਈਟ ਲੋਕ ਚਾਹੁੰਦੇ ਸੀ। ਉਹਨਾਂ ਨੇ ਹੁਣ ਆਪਣੀ ਜ਼ੁਬਾਨ ਜਿਹੜੀ ਆ ਅੰਗਰੇਜ਼ਾਂ ਦੇ ਅੱਗੇ ਖੋਲ੍ਹਣੀ ਸ਼ੁਰੂ ਕਰ ਦਿੱਤੀ। ਹੁਣ ਲੋਕਾਂ ਦੇ ਅੰਦਰੋਂ ਅੰਗਰੇਜ਼ਾਂ ਦਾ ਡਰ ਖਤਮ ਹੋਣ ਲੱਗ ਪਿਆ ਸੀ। ਦ ਗਵਰਨਮੈਂਟ ਆਫ ਇੰਡੀਆ ਐਕਟ 1909 ਅਲਾਉਡ ਫॉर ਸਮ ਇਲੈਕਟਡ ਰਿਪਰੈਜ਼ੈਂਟੇਟਿਵਸ। 1909 ਦੇ ਵਿੱਚ ਇੰਡੀਆ ਗੌਰਮੈਂਟ ਨੇ ਇੱਕ ਐਕਟ ਪਾਸ ਕੀਤਾ ਸੀ, ਜਿਹਦੇ ਅਕੋਰਡਿੰਗਲੀ ਜਦੋਂ ਲੋਕ ਬਹੁਤ ਜ਼ਿਆਦਾ ਉਹਨਾਂ ਨੂੰ ਫੋਰਸ ਕਰਨ ਲੱਗ ਪਏ। ਠੀਕ ਹੈ, ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੀਆਂ ਲੜਾਈਆਂ ਸੀ, ਬਹੁਤ ਸਾਰਾ ਇਤਿਹਾਸ ਰਾਜੇ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਇੰਡੀਪੈਂਡੈਂਸ ਮੂਵਮੈਂਟਸ ਜਿਹੜੀਆਂ ਚੱਲ ਰਹੀਆਂ ਸੀ, ਆਜ਼ਾਦੀ ਦੇ ਲਈ ਜੋ ਅਸੀਂ ਲੜਾਈਆਂ ਲੜੀਆਂ ਨੇ, ਉਸ ਦੇ ਵਿੱਚ ਬਹੁਤ ਕੁਝ ਅਸੀਂ ਦੇਖਿਆ ਕਿ ਸਾਡੇ ਲੋਕਾਂ ਨੂੰ ਚੱਲਣਾ ਪਿਆ। ਠੀਕ ਹੈ, ਤਾਂ ਲੋਕਾਂ ਦੀ ਇਸ ਤਰ੍ਹਾਂ ਦੀਆਂ ਬਾਰ-ਬਾਰ ਡਿਮਾਂਡਸ ਨੂੰ ਦੇਖ ਕੇ ਗੌਰਮੈਂਟ ਨੇ ਫਿਰ ਇਹ ਐਕਟ ਪਾਸ ਕਰ ਦਿੱਤਾ ਸੀ, ਜਿਹਦੇ ਵਿੱਚ ਉਹਨਾਂ ਨੂੰ ਕੁਝ ਇਲੈਕਟਡ ਰਿਪਰੈਜ਼ੈਂਟੇਟਿਵਸ ਨੂੰ ਅਲਾਉ ਕਰ ਦਿੱਤਾ ਸੀ ਕਿ ਲੋਕ ਆਪਣੇ ਕੈਂਡੀਡੇਟ ਚੁਣ ਸਕਦੇ ਆ। ਠੀਕ ਹੈ, ਹਾਊਐਵਰ ਆਲ ਅਡਲਟਸ ਵਰ ਨਾਟ ਅਲਾਉਡ ਟੂ ਵੋਟ। ਪਰ ਪ੍ਰੋਬਲਮ ਕੀ ਸੀ ਕਿ ਸਾਰੇ ਲੋਕਾਂ ਨੂੰ ਵੋਟ ਦਾ ਅਧਿਕਾਰ ਨਹੀਂ ਦਿੱਤਾ ਗਿਆ ਸੀ। ਜਿਵੇਂ ਕਿ ਅੱਜ ਕੱਲ੍ਹ ਸਾਡੇ ਇੰਡੀਆ ਦੇ ਵਿੱਚ ਕੀ ਹੈ, ਜਿਹੜਾ ਵੀ ਪਰਸਨ ਜਿਸ ਦੀ ਏਜ 18 ਈਅਰਸ ਤੋਂ ਅਬਵ ਹੈ ਉਹ ਆਪਣਾ ਵੋਟ ਦਾ ਰਾਈਟ ਰੱਖਦਾ। ਠੀਕ ਹੈ, ਮੀਨਸ ਉਹ ਵੋਟ ਦੇ ਸਕਦਾ। ਜਦੋਂ ਵੀ ਇਲੈਕਸ਼ਨਸ ਹੁੰਦੀਆਂ ਨੇ ਤਾਂ 18 ਸਾਲ ਤੋਂ ਜ਼ਿਆਦਾ ਉਮਰ ਦੇ ਜਿਹੜੇ ਵੀ ਵਿਅਕਤੀ ਹੈ ਸਾਰੇ ਵੋਟ ਦਿੰਦੇ ਆ। ਲੇਕਿਨ ਉਦੋਂ ਅੰਗਰੇਜ਼ਾਂ ਨੇ ਇਹ ਪਾਲਿਸੀ ਨਹੀਂ ਅਪਣਾਈ ਸੀ। ਉਹਨਾਂ ਨੇ ਸਾਰੇ ਲੋਕਾਂ ਨੂੰ ਵੋਟ ਦਾ ਰਾਈਟ ਨਹੀਂ ਦਿੱਤਾ ਸੀ। ਕੁਝ ਥੋੜ੍ਹੇ ਬਹੁਤੇ ਲੋਕਾਂ ਨੂੰ, ਜਿਵੇਂ ਕੁਝ ਅਮੀਰ ਲੋਕ, ਕੁਝ ਕਿਸੇ ਵੀ ਕਿਸਮ ਦੇ, ਉਹਨਾਂ ਨੇ ਥੋੜ੍ਹੇ ਜਿਹੇ ਲੋਕਾਂ ਨੂੰ ਇਹ ਰਾਈਟ ਦੇ ਦਿੱਤਾ ਸੀ। ਵਿਮੈਨ ਨੂੰ ਵੀ, ਲੇਡੀਜ਼ ਨੂੰ, ਮਤਲਬ ਔਰਤਾਂ ਨੂੰ ਵੀ ਕੋਈ ਵੋਟ ਦਾ ਅਧਿਕਾਰ ਨਹੀਂ ਹੁੰਦਾ ਸੀ। ਆਲਸੋ ਪੀਪਲ ਕੁਡ ਨਾਟ ਪਾਰਟੀਸਪੇਟ ਇਨ ਡਿਸੀਜ਼ਨ ਮੇਕਿੰਗ ਅੰਡਰ ਦਾ ਬ੍ਰਿਟਿਸ਼ ਰੂਲ। ਦੂਸਰੇ ਪਾਸੇ ਵੋਟ ਦਾ ਅਧਿਕਾਰ ਲੋਕਾਂ ਨੂੰ ਮਿਲ ਗਿਆ ਸੀ। ਲੋਕ ਜਿਹੜੇ ਆ ਉਹ ਡਿਸੀਜ਼ਨ ਮੇਕਿੰਗ ਦੇ ਵਿੱਚ ਕੋਈ ਵੀ ਆਪਦਾ ਪਾਰਟੀਸਪੇਟ ਨਹੀਂ ਕਰ ਸਕਦੇ ਸੀ। ਠੀਕ ਹੈ, ਬ੍ਰਿਟਿਸ਼ ਰੂਲ ਦੇ ਵਿੱਚ, ਕਿਉਂਕਿ ਥੋੜ੍ਹੇ ਲੋਕਾਂ ਨੂੰ ਵੋਟ ਦਾ ਅਧਿਕਾਰ ਮਿਲਿਆ ਸੀ, ਤਾਂ ਬਾਕੀ ਲੋਕਾਂ ਦਾ ਤਾਂ ਕੋਈ ਰੋਲ ਹੀ ਨਹੀਂ ਸੀ ਡਿਸੀਜ਼ਨ ਮੇਕਿੰਗ ਦੇ ਵਿੱਚ, ਗੌਰਮੈਂਟ ਦੇ ਵਿੱਚ, ਕਿ ਗੌਰਮੈਂਟ ਕੀ ਕਰ ਰਹੀ ਹੈ, ਕਿਹੜੀਆਂ ਪਾਲਿਸੀਆਂ ਬਣਾ ਰਹੀ ਹੈ, ਕਿਹੋ ਜਿਹੇ ਕਾਨੂੰਨ ਬਣਾ ਰਹੀ ਹੈ, ਤਾਂ ਉਸ ਦੇ ਵਿੱਚ ਆਮ ਲੋਕਾਂ ਦਾ ਕੋਈ ਵੀ ਰੋਲ ਨਹੀਂ ਸੀ। ਬਟ ਦ ਨੈਸ਼ਨਲਿਸਟਸ ਵਾਂਟਡ ਦੈਟ ਆਲ ਪਰਸਨਸ ਇਨ ਇੰਡੀਪੈਂਡੈਂਟ ਇੰਡੀਆ would be able to participate in making decisions। ਲੇਕਿਨ ਜਿਹੜੇ ਸਾਡੇ ਨੈਸ਼ਨਲਿਸਟ ਸੀ, ਸਾਡੇ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਸੀ, ਜਿਹੜੇ ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਉਹਨਾਂ ਲੋਕਾਂ ਨੇ ਇਸ ਚੀਜ਼ ਨੂੰ ਮਹਿਸੂਸ ਕਰ ਲਿਆ ਸੀ ਕਿ ਜਦੋਂ ਸਾਡਾ ਇੰਡੀਆ ਆਜ਼ਾਦ ਹੋਏਗਾ ਤਾਂ ਆਜ਼ਾਦ ਇੰਡੀਆ ਦੇ ਵਿੱਚ ਜਿਹੜੇ ਲੋਕ ਹੋਣਗੇ ਉਹਨਾਂ ਸਾਰੇ ਲੋਕਾਂ ਨੂੰ ਡਿਸੀਜ਼ਨ ਮੇਕਿੰਗ ਦਾ ਅਧਿਕਾਰ ਹੋਏਗਾ। ਉਦੋਂ ਕਿਸੇ ਵੀ ਪਰਸਨ ਦੇ ਨਾਲ ਕੋਈ ਵੀ ਇੱਦਾਂ ਦਾ ਭੇਦਭਾਵ ਨਹੀਂ ਕੀਤਾ ਜਾਏਗਾ। ਠੀਕ ਹੈ,
Therefore, when India got freedom, the dreams and aspirations of the freedom struggle were made concrete in the constitution. ਤਾਂ ਜਦੋਂ ਇੰਡੀਆ ਆਜ਼ਾਦ ਹੋ ਗਿਆ ਰਾਜੇ, ਆਜ਼ਾਦੀ ਮਿਲ ਗਈ ਸਾਨੂੰ, ਤਾਂ ਜੋ ਲੋਕਾਂ ਨੇ ਸੋਚਿਆ ਸੀ, ਜੋ ਲੋਕਾਂ ਦੇ ਸੁਪਨੇ ਸੀ, ਉਹ ਸਾਰੇ ਉਹਨਾਂ ਦੇ ਸੁਪਨੇ ਉਹੀ ਚੀਜ਼ਾਂ ਅਸੀਂ ਕੰਸਟੀਟਿਊਸ਼ਨ ਦਾ ਆਧਾਰ ਬਣਾਈਆਂ। ਠੀਕ ਹੈ, ਸਾਰੇ ਲੋਕਾਂ ਨੂੰ ਬਰਾਬਰ ਦੇ ਰਾਈਟਸ ਦਿੱਤੇ ਗਏ, ਸਾਰੇ ਲੋਕਾਂ ਨੂੰ ਡਿਸੀਜ਼ਨ ਮੇਕਿੰਗ ਦੇ ਵਿੱਚ ਪਾਰਟੀਸਪੇਟ ਕਰਨ ਦਾ ਅਧਿਕਾਰ ਦਿੱਤਾ ਗਿਆ, ਕਿਉਂਕਿ ਯੂਨੀਵਰਸਲ ਅਡਲਟ ਫਰੈਂਚਾਈਜ਼ ਦਾ ਜਿਹੜਾ ਪ੍ਰਿੰਸੀਪਲ ਸੀ ਉਹ ਅਸੀਂ ਅਡੋਪਟ ਕੀਤਾ ਸੀ। ਯੂਨੀਵਰਸਲ ਅਡਲਟ ਫਰੈਂਚਾਈਜ਼ ਦਾ ਮਤਲਬ ਉਹੀ ਹੁੰਦਾ ਕਿ 18 ਸਾਰੇ ਲੋਕਾਂ ਨੂੰ ਮਤਲਬ ਬਰਾਬਰ ਦਾ ਵੋਟ ਦਾ ਰਾਈਟ ਹੁੰਦਾ। ਤਾਂ ਸਾਡੇ ਕੋਲ ਕੀ ਇਸ ਦਾ ਤਰੀਕਾ ਹੈਗਾ ਕਿ 18 ਈਅਰਸ ਤੋਂ ਉੱਪਰ ਦੇ ਜਿਹੜੇ ਵੀ ਲੋਕ ਨੇ ਉਹਨਾਂ ਸਾਰੇ ਲੋਕਾਂ ਨੂੰ ਵੋਟ ਦਾ ਰਾਈਟ ਹੈ। ਠੀਕ ਹੈ, ਤਾਂ ਅਸੀਂ ਇਹੋ ਜਿਹੇ ਸਾਰੇ ਜੋ ਲੋਕ ਪਹਿਲਾਂ ਸੋਚਦੇ ਸੀ ਕਿ ਸਾਨੂੰ ਇਹ ਰਾਈਟ ਮਿਲਣੇ ਚਾਹੀਦੇ ਆ, ਸਾਡੇ ਕੋਲ ਇੱਦਾਂ ਹੋਣਾ ਚਾਹੀਦਾ, ਉਹ ਸਾਰੀਆਂ ਚੀਜ਼ਾਂ ਅਸੀਂ ਲੋਕਾਂ ਨੂੰ ਕੌਨਸਟੀਟਿਊਸ਼ਨ ਦੇ ਅਕੋਰਡਿੰਗਲੀ ਦਿੱਤੀਆਂ। ਜਦੋਂ ਸਾਡਾ ਇੰਡੀਆ ਆਜ਼ਾਦ ਹੋ ਗਿਆ, ਉਸ ਤੋਂ ਬਾਅਦ ਸਾਡਾ ਜਿਹੜਾ ਕੌਨਸਟੀਟਿਊਸ਼ਨ ਬਣਿਆ ਉਹਦੇ ਵਿੱਚ ਲੋਕਾਂ ਨੂੰ ਇਹ ਸਾਰੇ ਰਾਈਟ ਮਿਲ ਗਏ ਨੇ। ਠੀਕ ਹੈ, ਨਾਓ ਆਲ ਅਡਲਟ ਸਿਟੀਜ਼ਨਸ ਆਫ ਦ ਕੰਟਰੀ ਹੈਵ ਦ ਵੋਟਿੰਗ ਰਾਈਟ। ਠੀਕ ਹੈ, ਯੂ ਨੋ ਆਲਰੇਡੀ ਬੇਟਾ ਵੀ ਆਲ ਆਰ ਹੈਵਿੰਗ ਵੋਟਿੰਗ ਰਾਈਟ, ਮੀਨਸ ਜਦੋਂ ਸਾਡੀ ਏਜ 18 ਈਅਰਸ ਦੀ ਹੋ ਗਈ, ਉਸ ਤੋਂ ਪਹਿਲਾਂ ਅਸੀਂ ਵੋਟ ਨਹੀਂ ਦੇ ਸਕਦੇ। ਓਕੇ, ਇਨ ਅ ਡੈਮੋਕ੍ਰੈਟਿਕ ਫਾਰਮ ਆਫ ਗਵਰਨਮੈਂਟ ਦ ਇੰਡੀਵਿਜੂਅਲ ਔਰ ਸਿਟੀਜ਼ਨ ਇਜ਼ ਦ ਮੋਸਟ ਇੰਪੋਰਟੈਂਟ ਪਰਸਨ। ਹੁਣ ਸਾਡੇ ਕੋਲ ਰਾਜੇ ਕਿਸ ਤਰ੍ਹਾਂ ਦੀ ਗਵਰਨਮੈਂਟ ਹੈ? ਡੈਮੋਕ੍ਰੇਟਿਕ ਗਵਰਨਮੈਂਟ ਹੈ। ਠੀਕ ਹੈ, ਡੈਮੋਕ੍ਰੇਟਿਕ ਗਵਰਨਮੈਂਟ ਦੇ ਵਿੱਚ ਹਰ ਇੱਕ ਪਰਸਨ ਨੂੰ, ਹਰ ਬੰਦੇ ਨੂੰ ਵੋਟ ਦਾ ਅਧਿਕਾਰ ਮਿਲਦਾ। ਠੀਕ ਹੈ, ਹਰ ਇੱਕ ਪਰਸਨ ਓਨਾ ਹੀ ਇੰਪੋਰਟੈਂਟ ਹੈ, ਚਾਹੇ ਉਹ ਅਮੀਰ ਹੋਵੇ, ਚਾਹੇ ਗਰੀਬ ਹੋਵੇ, ਚਾਹੇ ਪੜ੍ਹਿਆ ਲਿਖਿਆ, ਚਾਹੇ ਅਨਪੜ੍ਹ ਹੈ, ਲੇਕਿਨ ਕਾਨੂੰਨ ਦੀ ਨਜ਼ਰ ਦੇ ਵਿੱਚ ਹਰ ਇਨਸਾਨ ਬਰਾਬਰ ਹੈ। ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਸਿਧਾਂਤ ਹੈ ਕਿ ਸਾਰੇ ਲੋਕਾਂ ਨੂੰ ਬਰਾਬਰ ਸਮਝਿਆ ਜਾਂਦਾ। ਠੀਕ ਹੈ, ਤਾਂ ਸਾਡੇ ਕੰਟਰੀ ਦੇ ਜਿਹੜੇ ਲੋਕ ਨੇ, ਹੁਣ ਅਸੀਂ ਇਹੋ ਹੀ ਸਿਧਾਂਤ ਸਾਡੇ ਚੱਲ ਰਿਹਾ ਕਿ ਸਾਰੇ ਲੋਕ ਬਿਲਕੁਲ ਬਰਾਬਰ ਸਮਝੇ ਜਾਂਦੇ ਆ, ਸਭ ਨੂੰ ਰਾਈਟਸ ਜਿਹੜੇ ਆ ਇੱਕੋ ਜਿਹੇ, ਨਹੀਂ ਕਿ ਅਮੀਰਾਂ ਲਈ ਹੋਰ ਰਾਈਟਸ ਨੇ, ਗਰੀਬਾਂ ਲਈ ਹੋਰ ਨੇ, ਪੜ੍ਹੇ ਲਿਖਿਆਂ ਵਾਸਤੇ ਅਲੱਗ ਨੇ, ਅਨਪੜ੍ਹਾਂ ਵਾਸਤੇ ਅਲੱਗ ਨੇ, ਇਵੇਂ ਨਹੀਂ ਹੁੰਦਾ। ਠੀਕ ਹੈ, ਸਾਰੇ ਲੋਕਾਂ ਲਈ ਸੇਮ ਹੀ ਰੂਲ ਬਣੇ ਹੋਏ ਆ ਔਰ ਉਹੀ ਰੂਲ ਸਾਰੇ ਲੋਕਾਂ ਨੂੰ ਫੋਲੋ ਕਰਨੇ ਪੈਂਦੇ ਆ। ਨਾਓ ਦ ਕੁਐਸਚਨ ਰਾਈਜ਼ਿਸ, ਹਾਊ ਡਜ਼ ਦ ਇੰਡੀਵਿਜੂਅਲ ਗਿਵ ਅਪਰੂਵਲ ਟੂ ਦ ਗਵਰਨਮੈਂਟ? ਵਨ ਵੇ ਆਫ ਡੂਇੰਗ ਸੋ ਇਜ਼ ਥਰੂ ਇਲੈਕਸ਼ਨਸ। ਤਾਂ ਅੱਗੇ ਕੁਐਸਚਨ ਕੀ ਸੀ? ਬੇਸ਼ੱਕ ਅਸੀਂ ਲੋਕਾਂ ਨੂੰ ਰਾਈਟ ਤਾਂ ਦੇ ਦਿੱਤਾ, ਲੋਕਾਂ ਨੂੰ ਕਹਿ ਦਿੱਤਾ ਕਿ ਡਿਸੀਜ਼ਨ ਮੇਕਿੰਗ ਦੇ ਵਿੱਚ ਪਾਰਟੀਸਪੇਟ ਕਰਨਗੇ, ਪਰ ਕਿਵੇਂ ਕਰਨਗੇ? ਕੁਐਸਚਨ ਇਹ ਸਾਡੇ ਅੱਗੇ ਸੀ ਕਿ ਸਾਰੇ ਦੇ ਸਾਰੇ ਲੋਕਾਂ ਨੂੰ, ਇਹ ਤਾਂ ਹੈ ਨਹੀਂ ਕਿ ਸਾਰੇ ਲੋਕਾਂ ਦਾ ਇਕੱਠ ਬੁਲਾ ਲਈਏ, ਜਿੰਨੀ ਵੀ ਜਨਤਾ ਹੈਗੀ ਹੈ ਇੰਡੀਆ ਦੀ, ਔਰ ਫਿਰ ਅਸੀਂ ਸਾਰੇ ਇਕੱਠੇ ਬੈਠ ਕੇ ਕਾਨੂੰਨ ਬਣਾਈਏ, ਇਹ ਪੋਸੀਬਲ ਨਹੀਂ ਹੈ। ਤਾਂ ਉਸ ਦੇ ਲਈ ਅਸੀਂ ਇੱਕ ਰਸਤਾ ਚੁਣਿਆ। ਕਿਹੜਾ ਰਸਤਾ ਚੁਣਿਆ? ਇਲੈਕਸ਼ਨਸ ਦਾ। ਠੀਕ ਹੈ, ਵੋਟਾਂ ਦਾ, ਚੋਣਾਂ ਲੜਨ ਦਾ ਜਿਹੜਾ ਵੇ ਅਸੀਂ ਅਡੋਪਟ ਕੀਤਾ, ਉਸ ਦੇ ਅਕੋਰਡਿੰਗਲੀ ਸਾਰੇ ਲੋਕ ਇਨਡਾਇਰੈਕਟ ਵੇ ਨਾਲ ਡਿਸੀਜ਼ਨ ਮੇਕਿੰਗ ਦੇ ਵਿੱਚ ਪਾਰਟੀਸਪੇਟ ਕਰ ਸਕਦੇ ਆ। ਠੀਕ ਹੈ, ਪੀਪਲ ਵੁੱਡ ਇਲੈਕਟ ਦੇਅਰ ਰਿਪਰੈਜ਼ੈਂਟੇਟਿਵਸ ਟੂ ਪਾਰਲੀਮੈਂਟ। ਤਾਂ ਅਸੀਂ ਕੀ ਕਰਦੇ ਹਾਂ? ਆਪਣੇ ਲੀਡਰ ਚੁਣ ਕੇ ਅਸੀਂ ਪਾਰਲੀਮੈਂਟ ਦੇ ਵਿੱਚ ਭੇਜਦੇ ਹਾਂ। ਠੀਕ ਹੈ, ਇੱਕ ਗਰੁੱਪ ਦੇ ਵਿੱਚੋਂ ਕੋਈ ਵੀ ਮਤਲਬ ਅਲੱਗ-ਅਲੱਗ ਗਰੁੱਪਸ ਨੇ, ਜਿਵੇਂ ਕਿ ਇਲੈਕਸ਼ਨ ਕਮਿਸ਼ਨ ਕੀ ਕਰਦਾ, ਸਾਰੇ ਕੰਟਰੀ ਨੂੰ ਛੋਟੇ ਛੋਟੇ ਏਰੀਆਜ਼ ਦੇ ਵਿੱਚ ਡਿਵਾਈਡ ਕਰ ਦਿੰਦਾ। ਤਾਂ ਉਹ ਹਰ ਇੱਕ ਏਰੀਆ ਦੇ ਵਿੱਚੋਂ ਇੱਕ ਮੈਂਬਰ ਜਿਹੜਾ ਹੈਗਾ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਜਾਣਾ ਹੁੰਦਾ। ਤਾਂ ਲੋਕ ਉਹਨਾਂ ਲੀਡਰਸ ਨੂੰ ਵੋਟਾਂ ਦਿੰਦੇ ਆ। ਵੋਟਾਂ ਦੇ ਆਧਾਰ 'ਤੇ ਜਿਹੜਾ ਪਰਸਨ ਜ਼ਿਆਦਾ ਵੋਟਾਂ ਲੈ ਜਾਂਦਾ ਉਹਨੂੰ ਅਸੀਂ ਜੇਤੂ ਮੰਨ ਲੈਂਦੇ ਹਾਂ, ਔਰ ਉਹ ਜਿੱਤੇ ਹੋਏ ਜਿਹੜੇ ਲੋਕ ਨੇ ਉਹ ਪਾਰਲੀਮੈਂਟ ਦੇ ਵਿੱਚ ਜਾਂਦੇ ਆ, ਉਹੀ ਅੱਗੇ ਜਾ ਕੇ ਪਾਰਲੀਮੈਂਟ ਬਣਾਉਂਦੇ ਆ, ਗਵਰਨਮੈਂਟ ਬਣਾਉਂਦੇ ਆ, ਪਾਰਲੀਮੈਂਟ ਦੇ ਮੈਂਬਰ ਬਣਦੇ ਆ। ਠੀਕ ਹੈ, the parliament is made up of all representatives together and it guides the government। ਤਾਂ ਪਾਰਲੀਮੈਂਟ ਦਾ ਕੰਮ ਕੀ ਹੈ? ਇਹ ਕੀ ਕਰਦੀ ਹੈ ਰਾਜੇ? ਜਿਹੜੇ ਸਾਡੇ ਜਿੱਤੇ ਹੋਏ ਰਿਪਰੈਜ਼ੈਂਟੇਟਿਵਸ ਅੱਗੇ ਅਸੀਂ ਭੇਜਦੇ ਹਾਂ, ਸਾਰੇ ਇਕੱਠੇ ਹੋ ਕੇ, ਸਾਰੇ ਇਕੱਠੇ ਹੋਣ ਦਾ ਮਤਲਬ ਕੀ ਹੈ ਕਿ ਉਹ ਅਲੱਗ, ਕਿਉਂਕਿ ਤੁਹਾਨੂੰ ਪਤਾ ਕਿ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਜ਼ ਨੇ ਜਿਹੜੀਆਂ ਆਪਣੇ ਆਪਣੇ ਮੈਂਬਰ ਚੁਣਦੀਆਂ। ਤਾਂ ਜਿੱਤੇ ਹੋਏ ਮੈਂਬਰ ਕਈ ਵਾਰੀ ਕੁਛ ਮੈਂਬਰ ਜਿਵੇਂ ਅਕਾਲੀ ਦਲ ਦੇ ਜਿੱਤ ਜਾਂਦੇ ਆ, ਕੁਛ BJP ਦੇ ਜਿੱਤ ਜਾਂਦੇ ਆ, ਹੈ ਨਾ, ਕੁਛ ਜਿਹੜੇ ਆ ਕਾਂਗਰਸ ਦੇ ਜਿੱਤ ਜਾਂਦੇ ਆ। ਤਾਂ ਅੱਗੇ ਜਾ ਕੇ ਜਿਹੜੇ ਜਿੱਤੇ ਹੋਏ ਮੈਂਬਰ ਹੁੰਦੇ ਆ ਉਹ ਪਾਰਲੀਮੈਂਟ ਦੇ ਵਿੱਚ ਜਾਂਦੇ ਆ। ਠੀਕ ਹੈ, ਉਹੀ ਪਾਰਲੀਮੈਂਟ ਬਣਾਉਂਦੇ ਆ ਜਿਹੜੇ ਜਿੱਤੇ ਹੋਏ ਮੈਂਬਰ ਹੁੰਦੇ ਆ। ਫਿਰ ਇਹ ਪਾਰਲੀਮੈਂਟ ਕੀ ਕਰਦੀ ਹੈ? ਗਵਰਨਮੈਂਟ ਨੂੰ ਗਾਈਡ ਕਰਦੀ ਹੈ ਕਿ ਕਿਵੇਂ ਜਿਹੜੀ ਗਵਰਨਮੈਂਟ ਹੈ ਉਹ ਕੰਮ ਕਰੇਗੀ, ਕਿਸ ਤਰ੍ਹਾਂ ਆਪਣੇ ਦੇਸ਼ ਨੂੰ ਚਲਾਏਗੀ। ਠੀਕ ਹੈ, ਇਟ ਮੀਨਸ ਪੀਪਲ ਥਰੂ ਦੇਅਰ ਚੂਜ਼ਨ representatives from the government and control the Indian
ਐਂਡ ਕੰਟਰੋਲ ਦਾ ਗਵਰਨਮੈਂਟ, ਠੀਕ ਹੈ। ਤਾਂ ਇਸ ਤਰ੍ਹਾਂ ਕੀ ਹੈ, ਲੋਕ ਜਿਹੜੇ ਆ ਆਪਣੇ ਚੁਣੇ ਹੋਏ ਰੀਪ੍ਰਜੈਂਟੇਟਿਵਸ ਨੂੰ ਅੱਗੇ ਭੇਜਦੇ ਆ, ਉਹ ਸਾਡੇ ਚੁਣੇ ਹੋਏ ਰੀਪ੍ਰਜੈਂਟੇਟਿਵਸ ਹੁੰਦੇ ਆ, ਤਾਂ ਉਹੀ ਅੱਗੇ ਜਾ ਕੇ ਗੌਰਮੈਂਟ ਨੂੰ ਕੰਟਰੋਲ ਕਰਦੇ ਆ, ਉਹੀ ਗੌਰਮੈਂਟ ਨੂੰ ਦੱਸਦੇ ਆ ਕਿ ਕਿਵੇਂ ਕੰਟਰੀ ਨੂੰ ਚਲਾਉਣਾ। ਤਾਂ ਇਸ ਤਰ੍ਹਾਂ ਇਨਡਾਇਰੈਕਟ ਵੇ ਨਾਲ ਲੋਕਾਂ ਦਾ ਗੌਰਮੈਂਟ ਦੇ ਉੱਪਰ ਕੰਟਰੋਲ ਸਥਾਪਿਤ ਹੋ ਜਾਂਦਾ। ਠੀਕ ਹੈ ਬੇਟਾ, ਨੈਕਸਟ ਆਪਾਂ ਅਗਲੀ ਵੀਡੀਓ 'ਚ ਕਰਦੇ ਹਾਂ।